ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫੇਰ ਤੋਂ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਭਲੇ ਚੰਗੇ ਹੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ, ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਤੁਹਾਡੇ ਨਾਲ ਰੂਬਰੂ ਹੋ ਸਕੀਏ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮੱਤੀ ਦੀ ਅੰਜੀਲ ਦੇ 5 ਅਧਿਆਇ ਦੀ 33 ਆਇਤ ਤੋਂ ਲੈ ਕੇ 37 ਆਇਤਾਂ ਤੱਕ ਦੇ ਵਚਨਾਂ ਨੂੰ ਪੜ੍ਹਿਆ ਸੀ। ਅਸੀਂ ਇਹਨਾਂ ਵਚਨਾਂ ਦੇ ਵਿੱਚੋਂ ਝੂਠੀ ਸਹੁੰ ਦੇ ਬਾਰੇ ਚਰਚਾ ਕੀਤੀ ਸੀ। ਅਸੀਂ ਜਾਣਿਆ ਸੀ ਕਿ ਪ੍ਰਭੂ ਯਿਸੂ ਜੀ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਝੂਠੀ ਸਹੁੰ ਨਹੀਂ ਖਾਣੀ ਚਾਹੀਦੀ ਹੈ, ਬਲਕਿ ਸਾਡੀ ਗੱਲ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਣੀ ਚਾਹੀਦੀ ਹੈ। ਅਸੀਂ ਇਸ ਦੇ ਵਿੱਚੋਂ ਪਾਪਮਈ ਰੰਗਨੀਤੀ ਅਤੇ ਬਾਰੇ ਜਾਣਿਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਅੱਗੇ ਜਾਰੀ ਰੱਖਾਂਗੇ। ਅੱਜ ਅਸੀਂ ਸਰਲ ਇਮਾਨਦਾਰੀ ਦੇ ਬਾਰੇ ਜਾਣਾਂਗੇ। ਤਾਂ ਫਿਰ ਦੋਸਤੋ, ਬਿਨਾਂ ਸਮਾਂ ਗਵਾਏ ਆਓ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਯਿਸੂ ਜੀ ਨੇ ਆਖਿਆ ਸੀ, ਬਸ ਹਾਂ ਨੂੰ ਹਾਂ ਅਤੇ ਨਾ ਨੂੰ ਨਾ ਆਖੋ। ਜਦੋਂ ਆਪ ਆਪਣੇ ਖੁਦ ਦੇ ਰਾਹ ਤੇ ਚੱਲਣ ਦੇ ਲਈ ਸ਼ਬਦਾਂ ਨੂੰ ਤੋੜ ਮਰੋੜ ਕਰਦੇ ਹੋ ਤਦ ਆਪ ਗਲਤ ਕਰਦੇ ਹੋ। ਹੁਣ ਆਪ ਆਖਦੇ ਹੋ, ਪਾਸਵਾਨ ਜਰਮਿਆ ਜੀ, ਮੈਂ ਸੱਚਮੁੱਚ ਬਹੁਤ ਖੁਸ਼ ਹਾਂ ਕਿ ਆਪ ਝੂਠ ਬੋਲਣ ਅਤੇ ਇਮਾਨਦਾਰੀ ਦੇ ਮਾਮਲੇ ਦੇ ਨਾਲ ਨਿਪਟ ਰਹੇ ਹੋ, ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਸੱਚਮੁੱਚ ਇਸ ਦੀ ਜ਼ਰੂਰਤ ਹੈ। ਮੈਂ ਇਸ ਲਈ ਪ੍ਰਾਰਥਨਾ ਕਰਦਾ ਆ ਰਿਹਾ ਹਾਂ ਕਿ ਤੁਸੀਂ ਇਸ ਦੇ ਲਈ ਪ੍ਰਚਾਰ ਕਰੋ। ਸ਼ਾਇਦ ਆਪ ਨਹੀਂ ਸੋਚਦੇ ਕਿ ਆਪ ਇਸੇ ਤਰ੍ਹਾਂ ਕਰਦੇ ਹੋ। ਮੈਂ ਆਪ ਨੂੰ ਦੱਸ ਦੇਵਾਂ ਕਿ ਕਿਵੇਂ ਸ਼ਾਇਦ ਇਸ ਦੇ ਕੁਝ ਜਾਲ ਦੇ ਵਿੱਚ ਫਸ ਚੁੱਕੇ ਹਨ। ਆਪ ਕੀ ਆਖਦੇ ਹੋ ਜਦੋਂ ਆਪ ਚਾਹੁੰਦੇ ਹੋ ਕਿ ਕੋਈ ਸੱਚਮੁੱਚ ਤੁਹਾਡੇ ਉੱਤੇ ਵਿਸ਼ਵਾਸ ਕਰੇ ਅਤੇ ਜੋ ਕੁਝ ਵੀ ਆਪ ਆਖਣ ਜਾ ਰਹੇ ਹੋ ਉਸ ਨੂੰ ਗੰਭੀਰਤਾ ਨਾਲ ਲਵੇ। ਉਹ ਉਹਨਾਂ ਵਚਨਾਂ ਉੱਤੇ ਗੌਰ ਕਰੇ ਜੋ ਕਿ ਸਾਡੀ ਭਾਸ਼ਾ ਦਾ ਇੱਕ ਹਿੱਸਾ ਹਨ। ਜੋ ਕੁਝ ਮੈਂ ਇਮਾਨਦਾਰੀ ਨਾਲ ਮੇਰੇ ਆਖਣ ਦਾ ਭਾਵ ਹੈ, ਹੁਣ ਸੱਚਮੁੱਚ ਜੋ ਮੇਰੇ ਕਹਿਣ ਦਾ ਅਸਲ ਭਾਵ ਹੈ। ਜੇਕਰ ਆਪ ਇਸ ਨੂੰ ਮੋਢੇ ਤੋਂ ਸਿੱਧਾ ਚਾਹੁੰਦੇ ਹੋ, ਕਿਉਂਕਿ ਪਰਮੇਸ਼ਰ ਮੇਰਾ ਗਵਾਹ ਹੈ, ਉਹ ਪ੍ਰਵਾਹ ਜੋ ਆਪ ਉਦੋਂ ਦਿੰਦੇ ਹੋ ਜਦੋਂ ਆਪ ਇਹਨਾਂ ਵਚਨਾਂ ਦਾ ਇਸਤੇਮਾਲ ਕਰਦੇ ਹੋ ਆਪਣੀ ਭਾਸ਼ਾ ਦੇ ਵਿੱਚ, ਕਿ ਉਹ ਸੱਚਮੁੱਚ ਸਭ ਕੁਝ ਉਸ ਹੱਦ ਤੱਕ ਹੁੰਦਾ ਹੈ ਜੋ ਕਿ ਇਮਾਨਦਾਰੀ ਨਾ ਰਹੀ ਹੋਵੇ। ਸਭ ਕੁਝ ਜੋ ਮੈਂ ਆਖ ਚੁੱਕਾ ਹਾਂ ਹੁਣ ਤੱਕ, ਆਪ ਇਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਸਕਦੇ ਹੋ, ਪਰ ਮੈਂ ਹੁਣ ਤੁਹਾਨੂੰ ਸੱਚਾਈ ਦੱਸਣ ਜਾ ਰਿਹਾ ਹਾਂ। ਜਦੋਂ ਮੈਂ ਇਸ ਬਿਆਨ ਨਾਲ ਬੰਦ ਕਰਦਾ ਹਾਂ, ਆਪ ਜੋ ਕੁਝ ਮੈਂ ਆਖਦਾ ਹਾਂ ਭੁੱਲ ਜਾਣ ਵਿੱਚ ਪਿੱਛੇ ਜਾ ਸਕਦੇ ਹੋ। ਜਦੋਂ ਮੈਂ ਆਖਦਾ ਹਾਂ ਇਮਾਨਦਾਰੀ ਨਾਲ, ਜਾਂ ਫਿਰ ਜਦੋਂ ਵੀ ਮੈਂ ਆਖਦਾ ਹਾਂ ਕਿਉਂਕਿ ਪਰਮੇਸ਼ਰ ਮੇਰਾ ਗਵਾਹ ਹੈ, ਤਦ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਆਖ ਰਿਹਾ ਹੈ। ਉੱਠ ਕੇ ਬੈਠੋ, ਗੌਰ ਕਰੋ, ਆਪਣੇ ਅੰਟੀਨੇ ਨੂੰ ਉੱਚਾ ਕਰੋ। ਮੈਂ ਚਾਹੁੰਦਾ ਹਾਂ ਕਿ ਆਪ ਇਸ ਨੂੰ ਸੁਣੋ। ਜੋ ਕੁਝ ਅਸੀਂ ਅਸਲ ਵਿੱਚ ਦੱਸ ਰਹੇ ਹਾਂ ਉਹ ਇਹ ਹੈ ਕਿ ਬਾਕੀ ਦੀ ਜੋ ਸਾਡੀ ਬੋਲਚਾਲ ਸੀ ਉਸ ਦਾ ਕੋਈ ਮਹੱਤਵ ਨਹੀਂ। ਉਸ ਨੂੰ ਅਸੀਂ ਇਮਾਨਦਾਰੀ ਦੇ ਨਾਲ ਹੀ ਆਖ ਰਹੇ ਹਾਂ। ਜੋ ਅਸੀਂ ਆਮ ਆਪਸੀ ਗੱਲਬਾਤ ਕੀਤੀ ਹੈ, ਯਿਸੂ ਜੀ ਨੇ ਆਖਿਆ ਸੀ, ਉਹਨਾਂ ਸਾਰੀਆਂ ਗੱਲਾਂ ਨੂੰ ਛੱਡ ਦਿਓ ਅਤੇ ਉਸ ਥਾਂ ਆਓ ਜਿੱਥੇ ਆਪ ਆਖਦੇ ਹੋ। ਹਾਂ, ਉਸ ਦਾ ਭਾਵ ਹੈ ਹੋਵੇ, ਅਤੇ ਜਦੋਂ ਆਪ ਨਾ ਆਖਦੇ ਹੋ ਉਸ ਦਾ ਭਾਵ ਨਾ ਹੋਵੇ। ਦੋ ਰੰਗ ਨੀਤੀ ਨਾਲ ਨਾ ਭਰੋ। ਸੱਭਿਆਚਾਰ ਜਗਤ ਦੀ ਖੇਡ ਨਾ ਖੇਡੋ। ਮੈਂ ਕਸਮ ਖਾਂਦਾ ਹਾਂ, ਹਾਂ ਇਹ ਸੱਚ ਹੈ। ਪਰਮੇਸ਼ਰ ਦੇ ਵਾਸਤੇ ਮੇਰੇ ਉੱਤੇ ਵਿਸ਼ਵਾਸ ਕਰੋ। ਜੇ ਮੈਂ ਸੱਚਾਈ ਨਹੀਂ ਦੱਸ ਰਿਹਾ ਤਦ ਸਵਰਗ ਤੋਂ ਮੈਨੂੰ ਮਾਰ ਦਿੱਤਾ ਜਾਵੇ। ਭਾਗ 2, ਸਰਲ ਇਮਾਨਦਾਰੀ। ਲੋਕ ਆਖਦੇ ਹਨ ਕਿ ਇਹ ਅੱਜ ਕੱਲ੍ਹ ਲਈ ਨਹੀਂ ਹੈ, ਕਿ ਯਿਸੂ ਜੀ ਇਸ ਸਾਰੀ ਸੱਚਾਈ ਨੂੰ ਨਹੀਂ ਕੱਟ ਰਹੇ। ਉਹ ਸਾਨੂੰ ਆਖਦੇ ਹਨ ਕਿ ਅਸੀਂ ਕਿਵੇਂ ਇੱਕ ਦੂਸਰੇ ਨਾਲ ਗੱਲਬਾਤ ਕਰੀਏ। ਜਦੋਂ ਆਪ ਹਾਂ ਆਖਦੇ ਹੋ ਇਸ ਦਾ ਭਾਵ ਹੈ ਹੋਵੇ। ਜਦੋਂ ਆਪ ਨਾ ਆਖਦੇ ਹੋ ਉਸ ਦਾ ਭਾਵ ਹੈ ਨਾ ਹੋਵੇ। ਮੁੱਖ ਤੌਰ ਤੇ ਹਮੇਸ਼ਾ ਹੀ ਸੱਚਾਈ ਦੱਸੋ ਅਤੇ ਇਮਾਨਦਾਰ ਬਣੋ। ਮੈਂ ਚਾਹੁੰਦਾ ਹਾਂ ਕਿ ਆਪ ਸਮਝੋ ਯਿਸੂ ਜੀ ਕੀ ਨਹੀਂ ਆਖ ਰਹੇ। ਇਸ ਬਾਈਬਲ ਬਾਣੀ ਦੇ ਭਾਗ ਦਾ ਇਸਤੇਮਾਲ ਅਕਸਰ ਅੱਛੇ ਭਾਵ ਰੱਖਣ ਵਾਲੇ ਵਿਸ਼ਵਾਸੀਆਂ ਅਤੇ ਬਾਈਬਲ ਦੀ ਸਿੱਖਿਆ ਦੇਣ ਵਾਲਿਆਂ ਦੇ ਦੁਆਰਾ ਲੋਕਾਂ ਨੂੰ ਇਹੋ ਜਿਹੇ ਖੇਤਰਾਂ ਵਿੱਚ ਪ੍ਰੇਰਿਤ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਇਰਾਦਾ ਸਾਡੇ ਪ੍ਰਭੂ ਵਚਨਾਂ ਦੁਆਰਾ ਨਹੀਂ ਸੀ ਕੀਤਾ ਗਿਆ। ਮਿਸਾਲ ਵਜੋਂ, ਕਿ ਆਪ ਨੇ ਕਦੇ ਕਿਸੇ ਬਾਰੇ ਸੁਣਿਆ ਹੈ ਜੋ ਇੱਕ ਕਾਨੂੰਨ ਦੀ ਅਦਾਲਤ ਵਿੱਚ ਹੈ
ਅਤੇ ਉਹ ਉਹਨਾਂ ਨੂੰ ਆਖਦੇ ਹਨ ਕਿ ਉਹ ਸਹੁੰ ਚੁੱਕਣ ਅਤੇ ਆਖਦੇ ਹਨ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ, ਮੈਂ ਤਾਂ ਇੱਕ ਮਸੀਹ ਹਾਂ, ਮੈਂ ਸਹੁੰ ਵਿੱਚ ਵਿਸ਼ਵਾਸ ਨਹੀਂ ਕਰਦਾ। ਯਿਸੂ ਜੀ ਆਖਦੇ ਹਨ, ਤੁਸੀਂ ਸਹੁੰ ਨਾ ਖਾਓ। ਉਹ ਇਸ ਬਾਰੇ ਗੱਲ ਨਹੀਂ ਕਰ ਰਹੇ ਹਨ। ਜੋ ਕੁਝ ਉਹ ਆਖ ਰਿਹਾ ਹੈ ਉਹ ਇਹ ਹੈ ਕਿ ਤੁਸੀਂ ਇੱਕ ਸਹੁੰ ਚੁੱਕੋ ਜੇਕਰ ਆਪ ਇਸ ਤਰ੍ਹਾਂ ਕਰਨ ਦੀ ਖੁਆਇਸ਼ ਰੱਖਦੇ ਹੋ, ਪਰ ਨਿਸ਼ਚਿੰਤ ਕਰੋ ਜੋ ਕੁਝ ਵੀ ਆਪ ਆਖਦੇ ਹੋ ਉਸ ਦੇ ਵਿੱਚ ਉਨੀ ਹੀ ਜ਼ਿਆਦਾ ਦਿਆਨਤਾਰੀ ਹੋਵੇ ਜਿਵੇਂ ਕਿ ਸਭ ਤੋਂ ਉੱਚੀਆਂ ਕਸਮਾਂ ਆਪਨੇ ਕਦੀ ਵੀ ਚੁੱਕੀਆਂ ਹੋਣ। ਅਸਲ ਵਿੱਚ ਜੋ ਯਿਸੂ ਜੀ ਆਖ ਰਹੇ ਹਨ ਉਹ ਇਹ ਹੈ, ਜੇਕਰ ਹਰੇਕ ਮੇਰੇ ਵਚਨਾਂ ਦੇ ਪਿੱਛੇ ਚੱਲੇ ਤਦ ਅਦਾਲਤ ਵਿੱਚ ਕੋਈ ਵੀ ਸਹੁੰ ਚੁੱਕਣ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਇਹ ਮੰਨਿਆ ਜਾਵੇਗਾ ਕਿ ਹਰੇਕ ਹਾਂ ਆਖਦਾ ਹੈ ਅਤੇ ਉਸ ਦਾ ਅਰਥ ਹੁੰਦਾ ਹੈ ਹਾਂ, ਅਤੇ ਜਦੋਂ ਉਹ ਨਾ ਆਖਦਾ ਹੈ ਤੇ ਉਸ ਦਾ ਅਰਥ ਹੁੰਦਾ ਹੈ ਨਾ। ਇਸ ਬਾਈਬਲ ਬਾਣੀ ਦੇ ਭਾਗ ਦਾ ਉਦੇਸ਼ ਅਦਾਲਤ ਵਿੱਚ ਲੋਕਾਂ ਦੇ ਲਈ ਸੁਰੱਖਿਆ ਨੂੰ ਗੈਰ ਕਾਨੂੰਨੀ ਬਣਾਉਣਾ ਨਹੀਂ, ਜਿਨ੍ਹਾਂ ਨੂੰ ਗਲਤ ਬਿਆਨੀ ਜਾਂ ਝੂਠੀ ਕਸਮਾਂ ਦੇ ਦੁਆਰਾ ਨਾਸ਼ ਕੀਤਾ ਜਾ ਸਕਦਾ ਹੈ। ਭਾਵੇਂ ਅਸੀਂ ਗਵਾਹੀ ਦੇਣ ਵਾਲੇ ਥਾਂ ਤੇ ਖੜੇ ਹੋਈਏ ਜਾਂ ਫਿਰ ਟੈਲੀਫੋਨ ਤੇ, ਭਾਵੇਂ ਅਸੀਂ ਚਰਚ ਵਿੱਚ ਹੋਈਏ ਜਾਂ ਫਿਰ ਖੇਡ ਦੇ ਮੈਦਾਨ ਵਿੱਚ, ਅਸੀਂ ਇੱਕ ਵਿਅਕਤੀ ਨੂੰ ਇੱਕ ਗੱਲ ਨਾਲ ਆਖਦੇ ਹੋਈਏ ਅਤੇ ਦੂਸਰੀ ਗੱਲ ਉਸ ਵਿਅਕਤੀ ਦੇ ਪਿੱਠ ਦੇ ਪਿੱਛੇ ਕਰੀਏ, ਸਰਲ ਇਮਾਨਦਾਰੀ ਦਾ ਅਰਥ ਹੁੰਦਾ ਹੈ ਕਿ ਸਾਡਾ ਵਚਨ ਓਨਾ ਹੀ ਭਲਾ ਹੈ ਜਿਵੇਂ ਕਿ ਇੱਕ ਕਾਨੂੰਨ ਤੌਰ ਤੇ ਦਸਤਕ ਕੀਤਾ ਗਿਆ ਹੈ। ਜਦੋਂ ਅਸੀਂ ਇਹ ਆਖਦੇ ਹਾਂ, ਸਾਡਾ ਇਸ ਤੋਂ ਇਹੀ ਭਾਵ ਹੁੰਦਾ ਹੈ, ਗੌਰ ਕਰੋ ਕਿ ਜੋ ਪਰਮੇਸ਼ਰ ਦੀ ਬਾਣੀ ਆਖਦੀ ਹੈ ਕਿ ਜੋ ਸਚਾਈ ਹੈ ਉਹ ਇੱਕ ਦੋ ਧਾਰੀ ਤਲਵਾਰ ਦੀ ਤਰ੍ਹਾਂ ਹੈ। ਆਪ ਨੂੰ ਹਾਂ ਆਖਣਾ ਪੈਣਾ ਹੈ ਜਦੋਂ ਹਾਂ ਦੀ ਜ਼ਰੂਰਤ ਹੋਵੇ ਅਤੇ ਨਾ ਜਦੋਂ ਨਾ ਦੀ ਜ਼ਰੂਰਤ ਹੋਵੇ। ਜੋ ਕੁਝ ਵੀ ਆਪ ਕਰਦੇ ਹੋ ਸਚਾਈ ਆਖੋ, ਇਹ ਇੱਕ ਦੋ ਧਾਰੀ ਤਲਵਾਰ ਹੈ। ਅਸੀਂ ਕਲੀਸਿਆਵਾਂ ਉਨਤੀ ਦੀ ਲਹਿਰ ਦੇ ਬਾਰੇ ਅੱਜ ਕੱਲ੍ਹ ਬਹੁਤ ਸਾਰੀਆਂ ਗੱਲਾਂ ਸੁਣਦੇ ਹਾਂ ਅਤੇ ਆਪ ਕਲੀਸਿਆ ਨੂੰ ਇੱਕ ਹੋਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਆਪ ਸਕਾਰਾਤਮਕ ਇਸ ਦੀ ਨਿਸ਼ਚਿੰਤਾ ਪਾਉਣਾ ਚਾਹੁੰਦੇ ਹੋ। ਕੋਈ ਵੀ ਮੇਰੇ ਨਾਲੋਂ ਵੱਧ ਸਕਾਰਾਤਮਕ ਹੋਣ ਦੀ ਖੁਆਇਸ਼ ਨਹੀਂ ਰੱਖਦਾ, ਕੋਈ ਵੀ ਮੇਰੇ ਨਾਲੋਂ ਵੱਧ ਹਾਸੇ ਮਜ਼ਾਕ ਨੂੰ ਪਸੰਦ ਨਹੀਂ ਕਰਦਾ। ਮੈਂ ਹਮੇਸ਼ਾ ਹੀ ਪ੍ਰਚਾਰ ਕਰਨਾ ਪਸੰਦ ਕਰਦਾ ਹਾਂ ਅਤੇ ਸਕਾਰਾਤਮਕ ਚੀਜ਼ਾਂ ਨੂੰ ਸਿਖਾਉਣਾ। ਪਰ ਇੱਥੇ ਮੇਰੇ ਲਈ ਇਸ ਵਿੱਚ ਇੱਕ ਸੰਦੇਸ਼ ਹੈ, ਜਦੋਂ ਪਰਮੇਸ਼ਰ ਆਖਦਾ ਹੈ ਹਾਂ, ਤਦ ਮੈਨੂੰ ਵੀ ਹਾਂ ਆਖਣਾ ਪੈਣਾ ਹੈ। ਜਦੋਂ ਪਰਮੇਸ਼ਰ ਨਾ ਆਖਦਾ ਹੈ ਤਦ ਮੈਨੂੰ ਵੀ ਨਾ ਆਖਣ ਦੀ ਲੋੜ ਹੈ। ਜਦੋਂ ਆਪ ਕਲੀਸਿਆ ਵਿੱਚ ਜਾਂਦੇ ਹੋ, ਜੇਕਰ ਉਹ ਸਭ ਜੋ ਹਮੇਸ਼ਾ ਹੀ ਆਪ ਸੁਣਦੇ ਆਏ ਹੋ ਉਹ ਹੀ ਹਾਂ ਹੋਵੇ, ਤਦ ਆਪ ਇੱਕ ਗਲਤ ਕਲੀਸਿਆ ਦੇ ਵਿੱਚ ਹੋ। ਮੇਰੇ ਕੋਲ ਇੱਕ ਮਨੁੱਖ ਆਇਆ ਅਤੇ ਉਸ ਨੇ ਆਖਿਆ ਕਿ ਉਹ ਫਲਾਣੇ ਚਰਚ ਨੂੰ ਜਾਂਦਾ ਹੁੰਦਾ ਸੀ ਅਤੇ ਉਸ ਨੇ ਮੈਨੂੰ ਦੱਸਿਆ ਕਿ ਕਿੰਨਾ ਲੰਬਾ ਸਮਾਂ, ਇਹ ਕਈ ਮਹੀਨਿਆਂ ਤੱਕ। ਉਸ ਨੇ ਆਖਿਆ ਇੱਕ ਵਾਰ ਉਹਨਾਂ ਮਹੀਨਿਆਂ ਦੇ ਦੌਰਾਨ ਉਸ ਨੇ ਕਦੇ ਵੀ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਕਾਇਲ ਕੀਤੇ ਜਾਣ ਨੂੰ ਮਹਿਸੂਸ ਨਹੀਂ ਕੀਤਾ। ਜੇਕਰ ਆਪ ਇੱਕ ਇਹੋ ਜਿਹੀ ਕਲੀਸਿਆ ਵਿੱਚ ਜਾ ਸਕਦੇ ਹੋ ਅਤੇ ਕਦੇ ਵੀ ਇੱਕ ਕਾਇਲਤਾ ਮਹਿਸੂਸ ਨਹੀਂ ਕਰਦੇ, ਕਿਉਂਕਿ ਕੋਈ ਆਖਦਾ ਹੈ, ਇੱਕ ਨਾ ਆਖਦਾ ਹੈ ਜੋ ਕਿ ਪਰਮੇਸ਼ਰ ਨੇ ਆਖਿਆ ਸੀ ਕਿ ਉਹ ਨਾ ਹੀ ਹੈ। ਆਪ ਇੱਕ ਗਲਤ ਕਲੀਸਿਆ ਵਿੱਚ ਹੋ। ਕਲੀਸਿਆ ਇੱਕ ਸਥਾਨ ਹੈ ਜਿੱਥੇ ਕਿ ਅਸੀਂ ਸਿਰਫ ਉਹਨਾਂ ਗੱਲਾਂ ਦੇ ਵਿੱਚੋਂ ਜੋ ਅਸੀਂ ਕਰ ਰਹੇ ਹਾਂ ਪੱਕੇ ਹੀ ਨਹੀਂ ਕੀਤੇ ਜਾਂਦੇ ਜੋ ਕਿ ਪ੍ਰਭੂ ਦੇ ਆਗਿਆਕਾਰ ਰਹਿਣ, ਬਲਕਿ ਸਾਨੂੰ ਉਹਨਾਂ ਗੱਲਾਂ ਬਾਰੇ ਵੀ ਚੇਤਾਵਨੀ ਦਿੱਤੀ ਜਾਂਦੀ ਹੈ ਜੋ ਸਾਡੇ ਜੀਵਨਾਂ ਦੇ ਵਿੱਚ ਬੰਦ ਗਲੀਆਂ ਹਨ। ਜੇਕਰ ਆਪ ਕਦੇ ਵੀ ਕੋਈ ਨਾਂ ਨਹੀਂ ਪਾਉਂਦੇ ਤਦ ਅਸੀਂ ਸਚਾਈ ਨੂੰ ਹਾਸਲ ਨਹੀਂ ਕਰ ਰਹੇ ਹਾਂ। ਆਪ ਮੈਨੂੰ ਕੋਈ ਇੱਕ ਪਾਸਵਾਨ ਦਿਖਾਓ ਜੋ ਆਖਦਾ ਹੈ ਕਿ ਮੈਂ ਕਦੇ ਵੀ ਕੋਈ ਇਹੋ ਜਿਹੀ ਚੀਜ਼ ਨਹੀਂ ਸਿਖਾਵਾਂਗਾ ਜੋ ਕਿ ਨਕਾਰਾਤਮਕ ਹੈ, ਅਤੇ ਮੈਂ ਆਪ ਨੂੰ ਇੱਕ ਪਾਸਵਾਨ ਦਿਖਾਵਾਂਗਾ ਜੋ ਕਿ ਸਚਾਈ ਨਹੀਂ ਆਖਦਾ। ਪਰਮੇਸ਼ਰ ਦੇ ਵਚਨ ਦੀ ਜੋ ਸਚਾਈ ਹੈ ਉਹ ਇੱਕ ਦੋ ਧਾਰੀ ਤਲਵਾਰ ਦੀ ਤਰ੍ਹਾਂ ਹੀ ਹੈ। ਹਾਂ ਅਤੇ ਨਾ ਦਾ ਇੱਕ ਹੀ ਮਿਸ਼ਰਣ ਹੈ। ਆਪ ਵਿੱਚੋਂ ਕਿੰਨੇ ਕੁ ਜਾਣਦੇ ਹਨ ਕਿ ਆਪ ਆਪਣੇ ਬੱਚਿਆਂ ਨੂੰ ਹਮੇਸ਼ਾ ਹਾਂ ਨਹੀਂ ਆਖ ਸਕਦੇ? ਕੀ ਆਪ ਯਾਦ ਕਰ ਸਕਦੇ ਹੋ ਕੁਝ ਉਹਨਾਂ ਪੁਲੰਦੀਆਂ ਗੱਲਾਂ ਨੂੰ ਜੋ ਉਹਨਾਂ ਨੇ ਆਪ ਨੂੰ ਪੁੱਛੀਆਂ ਸਨ, ਜੋ ਉਹ ਕਰਨ ਦੀ ਖੁਆਇਸ਼ ਰੱਖਦੇ ਸਨ? ਜੇਕਰ ਆਪ ਹਮੇਸ਼ਾ ਹੀ ਹਾਂ ਆਖਦੇ ਸੀ ਤਦ ਕੀ ਆਪ ਇੱਕ ਨੇਕ ਮਾਪੇ ਹੋਵੋਗੇ? ਨਹੀਂ। ਪਰਮੇਸ਼ਰ ਦੇ ਵਚਨ ਦੀ ਸਰਲ ਇਮਾਨਦਾਰੀ ਦੋ ਤਲਵਾਰੀ ਤਲਵਾਰ ਦੀ ਤਰ੍ਹਾਂ ਹਾਂ ਦੀ ਜਗ੍ਹਾ ਹਾਂ, ਨਾ ਦੀ ਜਗ੍ਹਾ ਨਾ ਹੁੰਦੀ ਹੈ। ਮੈਂ ਇਸ ਨੂੰ 3 ਖੇਤਰਾਂ ਵਿੱਚ ਲਾਗੂ ਕਰਨ ਦੀ ਖੁਆਇਸ਼ ਰੱਖਦਾ ਹਾਂ। 3 ਥਾਵਾਂ ਜਿੱਥੇ ਸਰਲ ਇਮਾਨਦਾਰੀ ਅਸਲ ਵਿੱਚ ਲੋੜੀਦੀ ਹੈ। ਭਾਗ ਊੜਾ, ਸਾਨੂੰ ਕਲੀਸਿਆ ਦੇ ਅੰਦਰ ਇਮਾਨਦਾਰੀ ਦੀ ਲੋੜ ਹੈ। ਸਭ ਤੋਂ ਪਹਿਲਾਂ
ਕਲੀਸਿਆ ਵਿੱਚ ਇਸ ਦੀ ਜ਼ਰੂਰਤ ਹੈ, ਸਾਨੂੰ ਇਸ ਦੀ ਜ਼ਰੂਰਤ ਹੈ ਸਾਰੇ ਥਾਵਾਂ ਤੇ, ਇੱਕ ਦੂਸਰੇ ਨਾਲ ਸਾਡੀ ਸੰਗਤ ਵਿੱਚ ਇਮਾਨਦਾਰੀ ਦੇ ਨਾਲ। ਕਿਸੇ ਨੇ ਆਖਿਆ ਸੀ ਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸੱਚ ਹੈ ਕਿ ਇਹ ਜਿਹਾ ਕੋਈ ਸਥਾਨ ਨਹੀਂ ਜਿੱਥੇ ਲੋਕ ਪ੍ਰਭੂ ਯਿਸੂ ਦੀ ਕਲੀਸਿਆ ਵਿੱਚ ਦੇ ਸਥਾਨ ਨਾਲੋਂ ਕਿਤੇ ਹੋਰ ਦਿਖਾਵਾ ਕਰਦੇ ਹੋਣ। ਸਾਨੂੰ ਡਰ ਹੈ ਕਿਸੇ ਦਾ ਵੀ ਕਿ ਉਹ ਸਾਡਾ ਮੌਕਾ ਨਾ ਹੋਵੇ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਜਾਣੇ ਸਾਡੀਆਂ ਰੂਹਾਂ ਦੇ ਅੰਦਰ ਕੋਈ ਦਰਾੜ ਹੈ। ਇਸ ਕਰਕੇ ਅਸੀਂ ਦਿਖਾਵਾ ਕਰਦੇ ਹਾਂ। ਅਸੀਂ ਕਲੀਸਿਆ ਨੂੰ ਆਉਂਦੇ ਹਾਂ ਅਤੇ ਅਸੀਂ ਅੱਛੀ ਤਰ੍ਹਾਂ ਪੁਸ਼ਾਕ ਪਹਿਨਦੇ ਹਾਂ, ਅਸੀਂ ਅੱਛੀ ਤਰ੍ਹਾਂ ਬੈਠਦੇ ਹਾਂ, ਅਸੀਂ ਅੱਛੀ ਤਰ੍ਹਾਂ ਵੇਖਦੇ ਹਾਂ, ਅਸੀਂ ਸਭ ਭਜਨ ਗਾਉਂਦੇ ਹਾਂ। ਹੋ ਸਕਦਾ ਹੈ ਅਸੀਂ ਅੰਦਰੋਂ ਮਰ ਰਹੇ ਹੋਈਏ, ਪਰ ਕੋਈ ਇਸ ਨੂੰ ਨਹੀਂ ਜਾਣਦਾ। ਮੈਂ ਇਤਰਾਜ਼ ਨਾਲ ਸੰਬੰਧਿਤ ਸ਼ੇਸ਼ਟਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਬਸ ਇਸ ਅਸਲੀਅਤ ਦੇ ਬਾਰੇ ਗੱਲ ਕਰ ਰਿਹਾ ਹਾਂ ਜੋ ਕਿ ਪ੍ਰਭੂ ਯਿਸੂ ਮਸੀਹ ਦੀ ਕਲੀਸਿਆ ਦੇ ਵਿੱਚ ਸਾਨੂੰ ਜ਼ਰੂਰਤ ਹੈ ਕਿ ਅਸੀਂ ਉਸ ਥਾਂ ਉੱਤੇ ਆਈਏ ਜਿੱਥੇ ਅਸੀਂ ਇੱਕ ਦੂਸਰੇ ਨਾਲ ਸਰਲ ਇਮਾਨਦਾਰੀ ਰੱਖਦੇ ਹਾਂ, ਜਿੱਥੇ ਅਸੀਂ ਖੁੱਲ੍ਹੇ ਹਾਂ, ਪਾਰਦਰਸ਼ੀ ਅਤੇ ਇਮਾਨਦਾਰ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਇੱਕ ਉੱਚਾ ਪ੍ਰਾਥਮਿਕਤਾ ਪ੍ਰਭੂ ਦੇ ਨਾਲ ਹੈ। ਮੈਂ ਸੋਚਦਾ ਹਾਂ ਕਿ ਮੇਰੇ ਕੋਲ ਇੱਕ ਉਦਾਹਰਨ ਹੈ ਜੋ ਇਸ ਨੂੰ ਸਿੱਧਾ ਕਰੇਗੀ। ਰਸੂਲਾਂ ਦੇ ਕਿਤਾਬ 5ਵੇਂ ਅਧਿਆਇ ਵਿੱਚ ਹਨਨੀਆਂ ਅਤੇ ਸਪੀਰਾ ਦੀ ਕਹਾਣੀ। ਕੁਝ ਲੋਕ ਉਸ ਨੂੰ ਨਹੀਂ ਸਮਝਦੇ ਜੋ ਸੰਜੋ ਇੱਥੇ ਹੈ, ਪਰ ਠੀਕ ਹਨਨੀਆਂ ਅਤੇ ਸਪੀਰਾ ਦੀ ਕਹਾਣੀ ਤੋਂ ਪਹਿਲਾਂ ਇੱਕ ਕਹਾਣੀ ਬਰਨਾਬਾਸ ਦੀ ਹੈ। ਜੋ ਕੁਝ ਜਾਇਦਾਦ ਉਸ ਕੋਲ ਸੀ ਉਸ ਨੇ ਉਸ ਨੂੰ ਵੇਚਿਆ ਅਤੇ ਸਾਰੇ ਪੈਸਾ ਨੂੰ ਲਿਆਂਦਾ ਅਤੇ ਇਸ ਨੂੰ ਕਲੀਸਿਆ ਵਿੱਚ ਦੇ ਦਿੱਤਾ। ਇਹ ਸ਼ਬਦ ਸ਼ਾਇਦ ਆਲੇ ਦੁਆਲੇ ਫੈਲ ਗਿਆ ਜੋ ਕੁਝ ਬਰਨਾਬਾਸ ਨੇ ਕੀਤਾ ਸੀ। ਹਨਨੀਆਂ ਅਤੇ ਸਪੀਰਾ ਉਸ ਜਾਇਦਾਦ ਦੇ ਮਾਲਕ ਸਨ। ਸ਼ਾਇਦ ਉਹਨਾਂ ਨੇ ਇਸ ਦੇ ਬਾਰੇ ਗੱਲਾਂ ਕੀਤੀਆਂ ਸਨ ਕਿ ਕਿਵੇਂ ਬਰਨਾਬਾਸ ਹਰ ਪ੍ਰਕਾਰ ਦੀ ਵਡਿਆਈ ਨੂੰ ਪ੍ਰਾਪਤ ਕਰ ਰਿਹਾ ਸੀ। ਉਹਨਾਂ ਨੇ ਫੈਸਲਾ ਕੀਤਾ ਕਿ ਇਹ ਤਾਂ ਇੱਕ ਨੇਕ ਕੰਮ ਹੋਵੇਗਾ ਉਹਨਾਂ ਦੇ ਲਈ ਕਿ ਉਹ ਆਪਣੀ ਕੁਝ ਜਾਇਦਾਦ ਵੇਚ ਦੇਣ। ਉਸ ਦੇ ਲਈ ਇਹ ਸਾਰਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਈ ਤੁਕ ਨਹੀਂ ਹੈ। ਮੈਂ ਇਸ ਨੂੰ ਸੁੰਦਰ ਬਣਾ ਰਿਹਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਆਪ ਇਸ ਕਹਾਣੀ ਨੂੰ ਸੁਣੋ। ਇਸ ਤਰ੍ਹਾਂ ਹਨਨੀਆਂ ਤੇ ਸਪੀਰਾ ਆਪਣੀ ਅਸਲ ਜਾਇਦਾਦ ਨੂੰ ਵੇਚ ਦਿੰਦੇ ਹਨ ਅਤੇ ਇਸ ਦੇ ਵੇਚਣ ਦਾ ਕੁਝ ਖਾਸ ਰਕਮ ਪ੍ਰਾਪਤ ਕਰਦੇ ਹਨ। ਪਰ ਕੀ ਆਪ ਜਾਣਦੇ ਹੋ ਕਿ ਇਹ ਕਿਵੇਂ ਹੈ? ਜਦੋਂ ਆਪ ਫੈਸਲਾ ਕਰ ਲੈਂਦੇ ਹੋ ਕਿ ਆਪ ਪਰਮੇਸ਼ਰ ਨੂੰ ਕੁਝ ਦੇਣ ਜਾ ਰਹੇ ਹੋ, ਇਸ ਤੋਂ ਪਹਿਲਾਂ ਕਿ ਇਹ ਪਤਾ ਚੱਲ ਜਾਵੇ, ਇਹ ਆਸਾਨ ਹੁੰਦਾ ਹੈ। ਪਰ ਇੱਕ ਵਾਰ ਜਦੋਂ ਇਹ ਸਰਲ ਬਣ ਜਾਵੇ ਅਤੇ ਫਿਰ ਆਪ ਉੱਥੇ ਬੈਠਿਆਂ ਉਹਨਾਂ ਸਭਨਾਂ ਵੱਲ ਤੱਕਦੇ ਹੋ, ਉਸ ਰਕਮ ਦੇ ਨੋਟਾਂ ਵੱਲ ਜੋ ਆਪ ਦੀ ਮੇਜ਼ ਉੱਤੇ ਪਏ ਹਨ, ਅਤੇ ਆਪ ਪੁਨਰ ਵਿਚਾਰ ਕਰਨਾ ਆਰੰਭ ਕਰਦੇ ਹੋ। ਇਸ ਤਰ੍ਹਾਂ ਹਨਨੀਆਂ ਅਤੇ ਸਪੀਰਾ ਨੇ ਦੁਬਾਰਾ ਸੋਚਣਾ ਸ਼ੁਰੂ ਕੀਤਾ ਅਤੇ ਉਹਨਾਂ ਨੇ ਇਸ ਬਾਰੇ ਗੱਲਬਾਤ ਕੀਤੀ ਕਿ ਉਹ ਇਸ ਕੁਝ ਪੈਸੇ ਦੇ ਨਾਲ ਅਸਲ ਵਿੱਚ ਕੀ ਕਰ ਸਕਦੇ ਹਨ। ਨਾਲੇ ਕੋਈ ਵੀ ਸੱਚਮੁੱਚ ਨਹੀਂ ਸੀ ਜਾਣਦਾ ਕਿ ਉਹਨਾਂ ਦੀ ਜਾਇਦਾਦ ਦਾ ਕਿੰਨਾ ਮੁੱਲ ਸੀ। ਇਸ ਕਰਕੇ ਉਹਨਾਂ ਨੇ ਇਸ ਦੇ ਵਿੱਚੋਂ ਕਿੰਨਾ ਹਾਸਲ ਕਰਨ ਦਾ ਫੈਸਲਾ ਕੀਤਾ ਅਤੇ ਉਸ ਨੇ ਕਲੀਸਿਆ ਦੇ ਕੋਲ ਇਸ ਨੂੰ ਦੇ ਦਿੱਤਾ ਅਤੇ ਉਹਨਾਂ ਨੂੰ ਇਹ ਸਾਰੀ ਚੋਰੀ ਕੀਤੀ, ਪਰ ਇਸ ਵਿੱਚੋਂ ਕੁਝ ਆਪਣੇ ਆਪ ਲਈ ਵਾਪਸ ਰੱਖ ਲਿਆ ਅਤੇ ਉਹ ਉਹਨਾਂ ਦੋਹਾਂ ਜਗਤਾਂ ਵਿੱਚ ਸਭ ਤੋਂ ਉੱਤਮ ਦੇ ਨਾਲ ਰਹਿ ਸਕਦੇ ਸਨ। ਇਹ ਕਹਾਣੀ ਇਸ ਤਰ੍ਹਾਂ ਹੈ। ਹਨਨੀਆਂ ਪਕੜਿਆ ਗਿਆ ਸੀ ਕਿਉਂਕਿ ਉਹ ਇੱਕ ਇਹੋ ਜਿਹੇ ਜ਼ਮਾਨੇ ਦੇ ਵਿੱਚ ਰਹਿ ਰਹੇ ਸਨ ਜੋ ਦਿਲ ਦੀ ਅਸਲ ਗਹਿਰਾਈ ਵਿੱਚ ਜ਼ਿਆਦਾ ਖੁੱਲ੍ਹਾਪਨ ਸੀ, ਕਿਉਂਕਿ ਇਹ ਆਰੰਭਕ ਕਲੀਸਿਆ ਸੀ। ਇਹੋ ਹੀ ਆਪਸੀ ਤਬਦੀਲੀ ਹੈ। ਹਨਨੀਆਂ, ਇਹ ਕਿਵੇਂ ਹੈ ਕਿ ਸ਼ੈਤਾਨ ਨੇ ਤੇਰੇ ਦਿਲ ਨੂੰ ਇੰਨਾ ਭਰ ਦਿੱਤਾ ਹੈ ਕਿ ਆਪਨੇ ਪਵਿੱਤਰ ਆਤਮਾ ਦੇ ਵਿਰੁੱਧ ਝੂਠ ਬੋਲਿਆ ਅਤੇ ਆਪਣੇ ਕੋਲ ਕੁਝ ਪੈਸਾ ਰੱਖ ਛੱਡਿਆ ਜੋ ਆਪਨੇ ਇਸ ਜ਼ਮੀਨ ਦੇ ਬਦਲੇ ਪ੍ਰਾਪਤ ਕੀਤਾ ਸੀ, ਇਸ ਤੋਂ ਪਹਿਲਾਂ ਕਿ ਇਹ ਲੋਚਿਆ ਜਾਂਦਾ ਕਿ ਇਹ ਤੇਰਾ ਨਹੀਂ ਸੀ, ਅਤੇ ਇਸ ਦੇ ਲੋਚਣ ਤੋਂ ਬਾਅਦ ਕਿ ਉਹ ਪੈਸਾ ਤੇਰੇ ਹੁਕਮ ਦੇ ਅਨੁਸਾਰ ਨਹੀਂ ਸੀ ਰੱਖਿਆ ਗਿਆ। ਆਪ ਕਿਸੇ ਇਹੋ ਜਿਹੇ ਕੰਮ ਦੇ ਕਰਨ ਬਾਰੇ ਉਸ ਤਰ੍ਹਾਂ ਆਪ ਨੂੰ ਸੋਚਣ ਦੇ ਲਈ ਮਜਬੂਰ ਕੀਤਾ ਗਿਆ। ਉਹ ਮਨੁੱਖਾਂ ਅੱਗੇ ਝੂਠ ਨਹੀਂ ਬੋਲਿਆ, ਬਲਕਿ ਉਹ ਪਰਮੇਸ਼ਰ ਦੇ ਅੱਗੇ ਝੂਠ ਬੋਲਿਆ। ਇਸ ਤਰ੍ਹਾਂ ਉਸ ਨੇ ਕਲੀਸਿਆ ਅਨੁਸ਼ਾਸਨ ਉੱਤੇ ਰੱਖਿਆ ਗਿਆ। ਅੰਦਾਜ਼ਾ ਲਗਾਓ, ਮੇਰਾ ਅੰਦਾਜ਼ਾ ਹੈ ਉਹ ਮਰ ਗਿਆ। ਉਹਨਾਂ ਨੇ ਉਸ ਦੀ ਪਤਨੀ ਨੂੰ ਅੰਦਰ ਲਿਆਂਦਾ। ਉਹਨਾਂ ਨੇ ਉਸ ਨੂੰ ਜਾਇਦਾਦ ਦੇ ਬਾਰੇ ਪੁੱਛਿਆ। ਉਹਨੇ ਆਪਣੇ ਪਤੀ ਦੇ ਝੂਠ ਨਾਲ ਸਹਿਮਤੀ ਪ੍ਰਗਟਾਈ। ਬਾਈਬਲ ਬਾਣੀ ਵਿੱਚ ਆਖਿਆ ਜਾਂਦਾ ਹੈ ਕਿ ਜਦੋਂ ਉਹ ਅਜੇ ਹਨਨੀਆਂ ਨੂੰ ਲਪੇਟ ਹੀ ਰਹੇ ਸਨ, ਉਹਨਾਂ ਨੇ ਉਸ ਵਿੱਚੋਂ ਕੁਝ ਕੱਢਿਆ ਅਤੇ ਆਰੰਭਕ ਕਲੀਸਿਆ ਵਿੱਚ ਇੱਕ ਪਤੀ ਇੱਕ ਪਤਨੀ ਮਰ ਗਏ ਕਿਉਂਕਿ ਉਹਨਾਂ ਨੇ ਸੱਚਾਈ ਨਹੀਂ ਸੀ ਦੱਸੀ। ਗੌਰ ਕਰੋ, ਉਹ ਇਸ ਕਰਕੇ ਨਹੀਂ ਸੀ ਮਰੇ ਕਿਉਂਕਿ ਉਹਨਾਂ ਨੇ ਸਾਰਾ ਪੈਸਾ ਪ੍ਰਭੂ ਨੂੰ ਨਹੀਂ ਸੀ ਦਿੱਤਾ। ਉਹ ਇਸ ਵਿੱਚੋਂ ਜਿੰਨਾ ਵੀ ਚਾਹੁਣ ਰੱਖ ਸਕਦੇ ਸਨ।
ਇੱਕ ਵਰਦਾਨ ਹੀ ਹੁੰਦਾ ਹੈ। ਆਪ ਨੂੰ ਕੁਝ ਵੀ ਨਹੀਂ ਦੇਣਾ ਪੈਣਾ ਜੇਕਰ ਆਪ ਇਸ ਦੀ ਖੁਆਇਸ਼ ਨਹੀਂ ਰੱਖਦੇ, ਪਰ ਜੋ ਆਪ ਆਖਦੇ ਹੋ ਉਹ ਦਵੋ। ਅਣਗਿਣਤ ਸਮਿਆਂ ਦੀ ਗਿਣਤੀ ਜਦੋਂ ਮੈਂ ਸਵਾਲ ਅਤੇ ਜਵਾਬ ਰੈਲੀਆਂ ਦੇ ਸਮੇਂ ਕਰਦਾ ਹਾਂ ਅਤੇ ਕਈ ਥਾਵਾਂ ਤੇ ਜਿੱਥੇ ਵੀ ਮੈਂ ਰਿਹਾ ਹਾਂ, ਇਹ ਸਵਾਲ ਪੁੱਛਦਾ ਗਿਆ ਕਿ ਇਹ ਕੁਝ ਜ਼ਿਆਦਾ ਕਠੋਰ ਨਹੀਂ। ਸਾਡੇ ਜ਼ਮਾਨੇ ਵਿੱਚ ਸਥਿਤੀ ਇਹ ਹੈ, ਪਰ ਮੈਂ ਆਪ ਨੂੰ ਇਹ ਯਾਦ ਦਿਲਾਉਣ ਦਵਾਂ ਕਿ ਇਹ ਤਾਂ ਆਰੰਭਕ ਕਲੀਸਿਆ ਸੀ। ਆਰੰਭਕ ਕਲੀਸਿਆ ਦਾ ਸਫੇਦ ਪੰਨਾ ਅਤੇ ਉਸ ਪਾਪ ਦਾ ਕਾਲਾ ਧੱਬਾ, ਉਸ ਸਫੇਦ ਪੰਨੇ ਦੇ ਉੱਤੇ ਇੱਕ ਬਹੁਤ ਹੀ ਡਰਾਉਣਾ ਜਾਪਣ ਵਾਲਾ ਮਾਰਗ ਦੀ ਤਰ੍ਹਾਂ ਦਿਖਾਇਆ ਗਿਆ ਸੀ। ਪਾਪ ਨੂੰ ਦਿਖਾਇਆ ਗਿਆ ਸੀ। ਮੈਂ ਸੋਚਦਾ ਹਾਂ ਕਿ ਪ੍ਰਭੂ ਨੇ ਸਾਡੇ ਸਾਰਿਆਂ ਦੇ ਲਈ ਇੱਕ ਬਿਆਨ ਤਿਆਰ ਕਰਨ ਦੀ ਆਗਿਆ ਦਿੱਤੀ ਹੈ ਅਤੇ ਸਾਡੇ ਵਿੱਚੋਂ ਸਾਰਿਆਂ ਨੂੰ ਇਸ ਨੂੰ ਸੁਣਨ ਦੀ ਜ਼ਰੂਰਤ ਹੈ। ਅਸੀਂ ਕਲੀਸਿਆ ਵਿੱਚ ਭਾਵੇਂ ਕੋਈ ਵੀ ਹੋਈਏ, ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਇਮਾਨਦਾਰ ਹੋਈਏ। ਸਭ ਕੁਝ ਜਾਣਨ ਵਾਸਤੇ ਪਰਮੇਸ਼ਰ ਸਾਡੀ ਮਦਦ ਕਰ। ਇਹ ਜਾਣਨ ਦੇ ਲਈ ਕਿ ਸੱਚਾਈ ਕੌਣ ਦੱਸ ਰਿਹਾ ਹੈ। ਇੱਕ ਦਿਸ਼ਾ ਸਾਨੂੰ ਆਖਦੀ ਹੈ ਇਸ ਪਾਸੇ ਜਾ ਅਤੇ ਦੂਸਰੀ ਦਿਸ਼ਾ ਇਸ ਦੇ ਉਲਟ ਜਾ, ਅਤੇ ਜੇਕਰ ਕੋਈ ਵੀ ਇੱਕ ਸੱਚਾਈ ਤੋਂ ਦੂਸਰੇ ਪਾਸੇ ਜਾਂਦਾ ਹੈ ਤਦ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ। ਇਹ ਵੀ ਜਾਣਨ ਦੀ ਜ਼ਰੂਰਤ ਹੈ ਅਤੇ ਜੇਕਰ ਹਰੇਕ ਪਾਸਾ ਅੱਧੀ ਸੱਚਾਈ ਹੀ ਦੱਸ ਰਿਹਾ ਹੈ ਤਦ ਪਰਮੇਸ਼ਰ ਸਾਨੂੰ ਇਹਨਾਂ ਸਾਰੇ ਕੰਮਾਂ ਨੂੰ ਕਰਨ ਦੇ ਲਈ ਬੁੱਧ ਬਖਸ਼ੇ। ਜਦੋਂ ਆਪ ਕਲੀਸਿਆ ਦੇ ਅੰਦਰ ਸਥਿਤੀਆਂ ਦੇ ਨਾਲ ਨਿਪਟਦੇ ਹੋ ਅਤੇ ਆਪ ਦੇ ਕੋਲ ਲੋੜੀਦੀ ਹੁੰਦੀ ਹੈ, ਜਦੋਂ ਠੀਕ ਆਕਾਰ ਦੀ ਕਲੀਸਿਆ ਆਪ ਕੋਲ ਹੋਵੇ, ਆਪ ਬਸ ਆਪਣਾ ਸਭ ਕੁਝ ਦੇ ਦਿਓ ਜੇਕਰ ਆਪ ਦੇਖ ਸਕੋ। ਠੀਕ ਇਸ ਦੇ ਰਾਹੀਂ ਇਸ ਸਾਰੇ ਦੇ ਰੰਗ, ਸਭ ਬਾਹਰੀ ਮਾਲ ਅਤੇ ਅਸਲ ਸਚਾਈ ਨੂੰ ਜਾਣੋ। ਫਿਰ ਆਪ ਉਸ ਦੇ ਨਾਮ ਲਿਖ ਸਕਦੇ ਹੋ। ਆਪ ਸਚਾਈ ਦੇ ਬਾਰੇ ਕੁਝ ਕਰ ਸਕਦੇ ਹੋ, ਪਰ ਜਦੋਂ ਆਪ ਦਿਖਾਵਾ ਕਰ ਰਹੇ ਹੋਵੋ, ਜਦੋਂ ਆਪ ਸਚਾਈ ਨਹੀਂ ਦੱਸ ਰਹੇ ਹੋ, ਤਦ ਆਪ ਜਾਣਦੇ ਹੁੰਦੇ ਹੋ ਇਹ ਜਾਣਨ ਦੀ ਤਰੀਕਾ ਕੀ ਹੈ। ਅਤੇ ਅਕਸਰ ਆਪ ਗਲਤ ਕੰਮ ਵੀ ਕਰਦੇ ਹੋ। ਇਸ ਕਰਕੇ ਨਹੀਂ ਕਿ ਆਪ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ, ਪਰ ਇਸ ਕਰਕੇ ਕਿ ਸਾਡੇ ਕੋਲ ਸਚਾਈ ਨਹੀਂ ਹੈ। ਹਰੇਕ ਕਲੀਸਿਆ ਕਿੰਨੀ ਮੁਬਾਰਕ ਹੋਵੇਗੀ ਜੇਕਰ ਇਹ ਇੱਕ ਇਹੋ ਜਿਹਾ ਸਥਾਨ ਹੁੰਦਾ ਜੋ ਕਿਸੇ ਹੋਰ ਸਥਾਨ ਵਰਗਾ ਨਹੀਂ, ਜਿੱਥੇ ਸਚਾਈ ਨੂੰ ਦੱਸਿਆ ਜਾਂਦਾ ਹੋਵੇ। ਅਸੀਂ ਇਸ ਬਾਰੇ ਬਹੁਤ ਕੁਝ ਸਿੱਖ ਚੁੱਕੇ ਹਾਂ ਅਤੇ ਸਾਨੂੰ ਸਿੱਖਣ ਜਾਣ ਦੀ ਜ਼ਰੂਰਤ ਹੈ। ਹਰ ਇੱਕ ਚੀਜ਼ ਦੇ ਬਾਰੇ ਸਚਾਈ। ਭਾਗ ਐੜਾ, ਸਾਨੂੰ ਆਪਣੇ ਵਿਵਾਹਾਂ ਵਿੱਚ ਇਮਾਨਦਾਰੀ ਦੀ ਲੋੜ ਹੈ। ਦੂਸਰੀ ਗੱਲ, ਸਾਨੂੰ ਆਪਣੇ ਵਿਆਹ ਦੇ ਵਿੱਚ ਇਮਾਨਦਾਰੀ ਦੀ ਲੋੜ ਹੈ। ਵਿਆਹ ਦੇ ਰਿਸ਼ਤੇ ਵਿੱਚ ਹੋਰ ਕਿਧਰੇ ਵੀ ਆਪ ਸਚਾਈ ਨੂੰ ਦੱਸਣ ਲਈ ਸਿੱਖਣ ਬਾਰੇ ਇਸ ਨਾਲੋਂ ਵੱਡੀ ਲੈਬੋਰਟਰੀ ਪ੍ਰਾਪਤ ਨਹੀਂ ਕਰ ਸਕਦੇ। ਵੈਟਲਗੌਨ ਨੇ ਇਸ ਤਰ੍ਹਾਂ ਲਿਖਿਆ ਸੀ, ਸਚਾਈ ਝੂਠ ਬੋਲਣ ਵਿੱਚ ਕੁਝ ਛੁਪਾਉਂਦੀ ਹੈ। ਇਹ ਕੁਝ ਵੀ ਮਹੱਤਵਪੂਰਨ ਤੋਂ ਕਿਨਾਰਾ ਨਹੀਂ ਕਰਦੀ। ਇਹ ਕੁਝ ਵੀ ਤੋੜ ਮਰੋੜ ਨਹੀਂ ਕਰਦੀ, ਨਾ ਬੁੱਝ ਕੇ ਨਾ ਅਣਜਾਣੇ ਵਿੱਚ। ਇਹ ਤਾਂ ਇੱਕ ਠੀਕ ਤਸਵੀਰ ਦਾ ਸੰਚਾਰ ਕਰਦੀ ਹੈ ਜਿੱਦਾਂ ਕਿ ਸੰਭਵ ਹੋਵੇ, ਜੋ ਇਹ ਕਰਨ ਦੇ ਲਈ ਚੁਣੌਤੀ ਹੈ। ਇਹ ਭਾਵ ਜਗਤ ਦੇ ਹੋਵੇ, ਭਾਵ ਆਪਣੇ ਆਪ ਦਾ ਜਾਂ ਫਿਰ ਆਪ ਦੇ ਜੀਵਨ ਸਾਥੀ ਦਾ। ਇਹੋ ਜਿਹੀ ਗੱਲਬਾਤ ਬਾਰੇ ਕੀਤੀ ਸਾਵਧਾਨੀ ਕੰਮ ਆਉਂਦੀ ਹੈ, ਸਿਰਫ ਉਸ ਚਾਲ ਨੂੰ ਰੋਕਣ ਲਈ ਨਹੀਂ ਜਾਂ ਫਿਰ ਉਹਨਾਂ ਚੀਜ਼ਾਂ ਨੂੰ ਆਪਣੇ ਆਪ ਵਾਸਤੇ ਰੱਖਣ ਲਈ ਨਹੀਂ, ਬਲਕਿ ਉਸ ਰੇਲ ਗੱਡੀ ਦੇ ਲਈ ਜੋ ਆਪ ਚੁਣਦੇ ਹੋ, ਕੀ ਆਖਣਾ ਹੈ ਅਤੇ ਕਿਵੇਂ ਆਖਣਾ ਹੈ। ਆਪ ਦੀ ਜੀਵਨ ਸਾਥਣ ਦੇ ਲਈ ਸਭ ਤੋਂ ਵੱਧ ਪ੍ਰਭਾਵਸ਼ਾਲੀ ਲਈ ਇਸ ਨੂੰ ਕਿਵੇਂ ਆਖਣਾ ਹੈ। ਭਾਵੇਂ ਪਰਮੇਸ਼ਰ ਨੇ ਸਾਨੂੰ ਜ਼ੁਬਾਨਾਂ ਦਿੱਤੀਆਂ ਹਨ, ਅਸੀਂ ਬੋਲਣ ਵਿੱਚ ਇੱਕ ਪੀੜ੍ਹੀ ਪਿੱਛੇ, ਭਾਵੇਂ ਉਸ ਨੇ ਸਾਨੂੰ ਅੱਖਾਂ ਦਿੱਤੀਆਂ ਹਨ, ਅਸੀਂ ਨਿਰੀਖਣ ਦੇ ਵਿੱਚ ਬਹੁਤ ਹੀ ਧੀਮੇ ਹਾਂ। ਭਾਵੇਂ ਉਸ ਨੇ ਸਾਨੂੰ ਦਿਲ ਬਖਸ਼ੇ ਹੋਣ, ਅਸੀਂ ਸਾਡੀ ਰੁਚੀ ਅਜੇ ਵੀ ਸੇਵਾ ਕੇਂਦਰਿਤ ਹੈ। ਲਿਗੌਨ ਨੇ ਇਸ ਗੱਲ ਆਖੀ ਸੀ ਕਿ ਇੱਕ ਰਿਸ਼ਤੇ ਵਿੱਚ ਜੋ ਕਿ ਸਭ ਤੋਂ ਵੱਧ ਨਜ਼ਦੀਕੀ ਰਿਸ਼ਤਾ ਹੋਵੇ, ਜਿਸ ਨੂੰ ਆਪ ਧਰਤੀ ਉੱਤੇ ਜਾਣ ਸਕਦੇ ਹੋ, ਉਹ ਸਚਾਈ ਠੀਕ ਉਸ ਦੇ ਅੰਦਰ ਹੋਣੀ ਚਾਹੀਦੀ ਹੈ। ਪਰ ਬਦਕਿਸਮਤੀ ਦੀ ਗੱਲ ਹੈ, ਅਸੀਂ ਕਹਾਣੀਆਂ ਪੜ੍ਹਦੇ ਹਾਂ ਅਤੇ ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਹਾਂ ਜੋ ਕਿ ਕਈ ਸਾਲਾਂ ਤੋਂ ਇਕੱਠੇ ਰਹਿੰਦੇ ਹਨ। ਫਿਰ ਵੀ ਅਚਾਨਕ ਹੀ ਕੁਝ ਵਰਪਦਾ ਹੈ ਅਤੇ ਉਹ ਪ੍ਰਗਟ ਕਰਦਾ ਹੈ ਕਿ ਇਸ ਰਿਸ਼ਤੇ ਦੇ ਵਿੱਚ ਸਚਾਈ ਕਦੇ ਵੀ ਨਹੀਂ ਰਹੀ। ਸਾਨੂੰ ਆਪਣੇ ਘਰ ਵਿੱਚ ਸਚਾਈ ਨੂੰ ਉਗਾਉਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਸ ਉੱਤੇ ਕਾਰਜਸ਼ੀਲ ਹੋਣ ਦੀ ਜ਼ਰੂਰਤ ਹੈ ਕਿ ਅਸੀਂ ਆਪਣੀਆਂ ਖੁਦ ਦੀਆਂ ਕਹਾਣੀਆਂ ਨੂੰ ਸੁੰਦਰ ਹੋਣ ਦੀ ਪਸੰਦ ਨਹੀਂ ਰੱਖਦੇ। ਆਪ ਕੰਮ ਤੋਂ ਘਰ ਆਉਂਦੇ ਹੋ ਜਿੱਥੇ ਆਪ ਦਾ ਇੱਕ ਛੋਟਾ ਜਿਹਾ ਸਾਹਮਣਾ ਹੁੰਦਾ ਹੈ ਅਤੇ ਆਪ ਬੈਠ ਜਾਂਦੇ ਹੋ ਅਤੇ ਆਪਣੀ ਪਤਨੀ ਨੂੰ ਆਖਦੇ ਹੋ ਆਪ ਨੇ ਇਸ ਨੂੰ ਕਿਵੇਂ ਇੱਕ ਬੁੱਧੀਮਾਨੀ ਤਰੀਕੇ ਦੇ ਨਾਲ ਅਤੇ ਸ਼ਾਨ ਦੇ ਨਾਲ ਸੰਭਾਲਿਆ ਹੈ। ਜੇਕਰ ਉਹ ਅਸਲ ਮੌਕਾ ਡੇਗ ਚੁੱਕੀ ਹੁੰਦੀ ਜੋ ਆਪ ਨੇ ਹੁਣੇ-ਹੁਣੇ ਉਸ ਨੂੰ ਆਖਿਆ ਸੀ, ਤਦ ਉਸ ਨੇ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਸੀ ਪਛਾਣਿਆ। ਜਦੋਂ ਸਚਾਈ ਨੂੰ ਕਰੜੀ ਕੀਤਾ ਜਾਂਦਾ ਹੈ
ਤਦ ਇਹ ਇੱਕ ਜੀਵਨ ਸ਼ੈਲੀ ਬਣਨਾ ਆਰੰਭ ਕਰ ਦਿੰਦੀ ਹੈ। ਜਦੋਂ ਅਸੀਂ ਹਮੇਸ਼ਾ ਹੀ ਆਪਣੇ ਸਰਬ ਉੱਤਮ ਦੀ ਕੋਸ਼ਿਸ਼ ਸੱਚਾਈ ਦੇ ਨਾਲ ਨਿਪਟਣ ਲਈ ਨਹੀਂ ਕਰਦੇ, ਤਾਂ ਸਾਨੂੰ ਹਰੇਕ ਨੂੰ ਆਪਣੇ ਵਿਆਹ ਵਿੱਚ ਇੱਕ ਦੂਸਰੇ ਦੇ ਪ੍ਰਤੀ ਲੇਖਾ ਜੋਖਾ ਰੱਖਣ ਵਾਲੇ ਹੋਣਾ ਹੈ। ਕੀ ਆਪ ਜਾਣਦੇ ਹੋ, ਇਹ ਅਸਲ ਵਿੱਚ ਉਹ ਤਰੀਕਾ ਨਹੀਂ ਹੈ ਜੋ ਪੱਪਿਆ ਸੀ। ਹੋ ਸਕਦਾ ਹੈ ਉਹ ਨਿਰਾਸ਼ ਹੋਵੇ, ਬਲਕਿ ਇਹ ਤਾਂ ਸਹਾਇਕ ਹੋਵੇਗਾ, ਕਿਉਂਕਿ ਨਜ਼ਦੀਕੀ ਦੇ ਵਿੱਚ ਜ਼ਰੂਰੀ ਹੈ ਕਿ ਜੋ ਸੱਚਾਈ ਹੈ ਉਹ ਇਸ ਦੇ ਵਿੱਚ ਟਿਕੀ ਹੋਈ ਹੋਵੇ। ਕਿਸੇ ਨੇ ਆਖਿਆ, ਸੱਚਾਈ ਨੂੰ ਦੱਸਣਾ ਸਰਲ ਤੌਰ ਤੇ ਅਤੇ ਸਾਵਧਾਨੀ ਨਾਲ ਇਹ ਇੱਕ ਪਿਆਰ ਦੀ ਕੋਸ਼ਿਸ਼ ਜਿਸ ਦੇ ਲਈ ਦੋ ਦੇਖਭਾਲਾਂ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਟੌਪਿਕ ਦੇ ਲਈ ਧਿਆਨ ਕਰਨਾ, ਇਸ ਨੂੰ ਠੀਕ ਕਰਨਾ ਅਤੇ ਉਸ ਵਿਅਕਤੀ ਦੇ ਲਈ ਧਿਆਨ ਰੱਖਣਾ ਅਤੇ ਆਪ ਦੇ ਸੰਦੇਸ਼ ਨੂੰ ਉਸ ਵਿਅਕਤੀ ਤੋਂ ਪ੍ਰਾਪਤ ਕਰਨਾ ਕਿ ਉਹ ਉਸ ਨੂੰ ਚੰਗੀ ਤਰ੍ਹਾਂ ਸੁਣਦਾ ਹੈ। ਇਹੀ ਉਹ ਕੰਮ ਹੈ। ਸਾਡੀਆਂ ਸ਼ਾਦੀਆਂ ਵਿੱਚ ਸਾਡੇ ਵਿੱਚੋਂ ਕਿਸ ਲਈ ਵੀ ਹੋਰ ਜ਼ਿਆਦਾ ਕਠਿਨ ਕੰਮ ਨਹੀਂ ਹੈ, ਸਿਵਾਏ ਇਸ ਦੇ ਕਿ ਅਸੀਂ ਨਿਸ਼ਚਿਤ ਤੌਰ ਤੇ ਸੱਚਾਈ ਦੱਸੀਏ। ਸਾਡੇ ਵਿੱਚੋਂ ਕੁਝ ਕੁ ਦੇ ਨਾਲ ਜੋ ਅੱਜ ਮੈਨੂੰ ਸੁਣ ਰਹੇ ਹਨ, ਇਹ ਥੋੜ੍ਹੀ ਜਿਹੀ ਸਮੱਸਿਆ ਸੱਚਾਈ ਨਾਲ ਨਹੀਂ ਹੈ। ਆਪ ਧੋਖੇ ਦੀ ਇੱਕ ਸੰਪੂਰਨ ਸ਼ੈਲੀ ਵਿੱਚ ਜੀ ਰਹੇ ਹੋ। ਮੈਂ ਤਾਂ ਬਸ ਆਪ ਨੂੰ ਦੱਸਣ ਦੀ ਖੁਆਇਸ਼ ਰੱਖਦਾ ਹਾਂ। ਸੁਚੇਤ ਹੋਵੋ, ਤੁਹਾਡਾ ਪਾਪ ਤੁਹਾਨੂੰ ਲੱਭ ਲਵੇਗਾ। ਆਪ ਕਿਸੇ ਇਹੋ ਜਿਹੇ ਰਿਸ਼ਤੇ ਦੇ ਵਿੱਚ ਜਿਵੇਂ ਕਿ ਵਿਆਹ, ਇਸ ਦੇ ਵਿੱਚ ਬਣੇ ਨਹੀਂ ਰਹਿ ਸਕਦੇ ਅਤੇ ਸੱਚਾਈ ਨੂੰ ਕੇਂਦਰ ਦੇ ਵਿੱਚ ਨਹੀਂ ਰੱਖ ਸਕਦੇ। ਭਾਗ ਈੜੀ, ਸਾਨੂੰ ਆਪਣੇ ਘਰ ਵਿੱਚ ਇਮਾਨਦਾਰੀ ਦੀ ਲੋੜ ਹੈ। ਆਖਰਕਾਰ ਸਾਨੂੰ ਆਪਣੇ ਘਰ ਵਿੱਚ ਇਮਾਨਦਾਰੀ ਦੀ ਲੋੜ ਹੈ। ਸੱਚਾਈ ਨੂੰ ਦੱਸਣਾ ਇੱਕ ਅਨੁਸ਼ਾਸਨ ਹੈ। ਇਸ ਜਗਤ ਵਿੱਚ ਅਸੀਂ ਝੂਠ ਬੋਲਣ ਵਾਲੇ ਦਿਨ ਪੈਦਾ ਹੋਏ ਹਾਂ। ਸੱਚਾਈ ਦੱਸਣਾ ਕੁਝ ਅਜਿਹਾ ਹੈ ਜਿਸ ਨੂੰ ਅਸੀਂ ਸਿੱਖਦੇ ਹਾਂ। ਇਸ ਨੂੰ ਬਹੁਤ ਵਧਾਇਆ ਜਾਂਦਾ ਹੈ। ਜਦੋਂ ਯਿਸੂ ਸੀ, ਜੋ ਕਿ ਖੁਦ ਰਾਹ, ਸੱਚਾਈ ਅਤੇ ਜੀਵਨ ਹੈ, ਸਾਡੇ ਦਿਲਾਂ ਦੇ ਅੰਦਰ ਰਹਿਣ ਦੇ ਲਈ ਆਉਂਦਾ ਹੈ, ਪਰ ਇੱਥੋਂ ਤੱਕ ਕਿ ਸਾਡੇ ਮਸੀਹੀ ਬਣਨ ਤੋਂ ਬਾਅਦ ਵੀ ਸੱਚਾਈ ਨੂੰ ਦੱਸਣਾ ਲਗਾਤਾਰ ਇੱਕ ਅਨੁਸ਼ਾਸਨ ਹੈ। ਸਾਨੂੰ ਸੱਚਾਈ ਦੱਸਣ ਲਈ ਆਪਣੇ ਆਪ ਨੂੰ ਕਿਸੇ ਟੀਮ ਵਿੱਚ ਕਰਨਾ ਪੈਣਾ ਹੈ। ਸਭ ਤੋਂ ਵੱਧ ਪ੍ਰਭਾਵਸ਼ਾਲੀ ਅਨੁਸ਼ਾਸਨ ਵਿੱਚ ਇੱਕ ਜੋ ਮੈਂ ਜਾਣਦਾ ਹਾਂ, ਆਖਦਾ ਹਾਂ, ਬਿਹਲੇ ਟਿੱਪਰਾ ਗਤੀ। ਇਹ ਪਹਿਲੀ ਵਾਰ ਕਰਨ ਵਾਲੀ ਕੋਈ ਚੀਜ਼ ਨਹੀਂ ਹੈ। ਇਸ ਨੂੰ ਦੁਬਾਰਾ ਕਰਨਾ ਇਸ ਤੋਂ ਬਹੁਤ ਆਸਾਨ ਹੋਵੇਗਾ। ਪਹਿਲੀ ਵਾਰ ਕਿਸੇ ਕੰਮ ਨੂੰ ਨਾ ਕਰਨ ਬਾਅਦ ਵਿੱਚ ਉਸ ਨੂੰ ਨਾ ਕਰਨ ਦੇ ਵਿਰੁੱਧ ਇੱਕ ਵੱਡੀ ਰੋਕ ਹੁੰਦੀ ਹੈ। ਜਿਵੇਂ ਕਿ ਮੋਰਲ ਫਿਲਾਸਫਰ ਨੇ ਆਪਣੀ ਕਿਤਾਬ ਲਾਈਨ ਦੇ ਵਿੱਚ ਇਸ ਤਰ੍ਹਾਂ ਆਖਿਆ ਸੀ, ਉਸ ਭੇਜ ਨੂੰ ਦੱਸਣਾ ਆਸਾਨ ਹੁੰਦਾ ਹੈ, ਪਰ ਕੁਝ ਇਸ ਨੂੰ ਦੱਸਣਾ ਕਠਿਨ ਹੁੰਦਾ ਹੈ। ਅਨੁਸ਼ਾਸਨ ਸਾਨੂੰ ਇਸ ਦੋਸ਼ ਤੋਂ ਬਚੇ ਰਹਿਣ ਵਿੱਚ ਮਦਦ ਕਰਦਾ ਹੈ ਜੋ ਅਸੀਂ ਅਕਸਰ ਹੱਥ ਮਾਰਨ ਦੇ ਨਾਲ ਉਹਨਾਂ ਚੀਜ਼ਾਂ ਵਿੱਚ ਹੁੰਦੇ ਹਾਂ ਜੋ ਅਸੀਂ ਅਕਸਰ ਜਿਸ ਦਾ ਅਨੁਭਵ ਕਰਦੇ ਹਾਂ, ਜੋ ਸਾਨੂੰ ਨਹੀਂ ਕਰਨਾ ਚਾਹੀਦਾ। ਅਨੁਸ਼ਾਸਨ ਦਾ ਇੱਕ ਮਹੱਤਵਪੂਰਨ ਫਲ ਦਿਆਨਤਾਰੀ ਹੈ। ਕੁਝ ਗੱਲਾਂ ਇਸ ਨਾਲੋਂ ਵੱਧ ਮਹੱਤਵਪੂਰਨ ਹਨ ਜਦੋਂ ਕਿ ਉਹਨਾਂ ਦੀ ਅੱਛੀ ਸਾਖ ਹੋਵੇ ਅਤੇ ਇੱਕ ਅੱਛਾ ਨਾਮ ਹੋਵੇ। ਸਾਰੇ ਲੋਕ ਸਮੂਹ ਪਸੰਦ ਜਾਂ ਬਾਹਰ ਜਾਣ ਨੂੰ ਪਸੰਦ ਕਰਨ ਵਾਲੇ ਨਹੀਂ ਹੁੰਦੇ। ਸਾਰੇ ਲੋਕ ਨਾ ਹੀ ਬਾਹਰ ਅਤੇ ਪਿਆਰ ਦੇਣ ਵਜੋਂ ਖੋਜੇ ਜਾਂਦੇ ਹਨ, ਪਰ ਹਰੇਕ ਦਿਆਨਦਾਰੀ ਰੱਖ ਸਕਦਾ ਹੈ। ਦਿਆਨਦਾਰੀ ਜ਼ਿਆਦਾਤਰ ਇੱਕ ਅਨੁਸ਼ਾਸਨ ਆਚਰਣ ਵਿੱਚੋਂ ਵੱਧ ਨਿਕਲਦਾ ਹੈ ਜੋ ਕਿ ਇੱਕ ਖਾਸ ਸ਼ਖਸੀਅਤ ਦੇ ਵਿੱਚੋਂ ਨਿਕਲਦਾ ਹੋਵੇ। ਜੋ ਕੁਝ ਲੇਖਕ ਆਖ ਚੁੱਕਾ ਹੈ ਉਹ ਇਹ ਹੈ ਕਿ ਜੇਕਰ ਆਪ ਕਦੇ ਵੀ ਝੂਠ ਨਹੀਂ ਬੋਲਦੇ, ਤਦ ਆਪ ਕਦੇ ਵੀ ਇਸ ਵਿੱਚ ਸ਼ਾਮਲ ਨਹੀਂ ਹੁੰਦੇ। ਜਿੱਥੇ ਕਿ ਆਪ ਇੱਕ ਹੋਰ ਛੋਟਾ ਝੂਠ ਬੋਲੋ ਤਾਂ ਕਿ ਆਪ ਦਾ ਪਹਿਲਾ ਝੂਠ ਢਕਿਆ ਜਾਵੇ। ਫਿਰ ਜੋ ਝੂਠ ਹਨ ਉਹ ਵੱਡੇ ਹੋ ਜਾਂਦੇ ਹਨ। ਉਹ ਵਿਆਖਿਆਕਾਰ ਵਜੋਂ ਉਦੋਂ ਤੱਕ ਵੱਧਦੇ ਰਹਿੰਦੇ ਹਨ ਜਦੋਂ ਕਿ ਵੱਡੇ ਝੂਠ ਹੈਰਾਨ ਕਰਨ ਵਾਲੇ ਹੁੰਦੇ ਹੋਣ। ਆਪ ਕਦੇ ਵੀ ਸੱਚਾਈ ਦੇ ਬਾਰੇ ਅਣਗੌਲੀ ਜਾਂ ਲਾਪਰਵਾਹ ਨਾ ਹੋਵੋ। ਵੈਲੀਅਨ ਜੈਨ, ਜੋ ਕਿ ਇੱਕ ਆਮ ਸੈਕੂਲਰ ਸੀ ਅਤੇ ਉਸ ਨੂੰ ਉਹਨਾਂ ਚੀਜ਼ਾਂ ਦੇ ਬਾਰੇ ਬਹੁਤ ਘੱਟ ਪਤਾ ਸੀ ਜਿਹੜੀਆਂ ਕਿ ਅਸੀਂ ਅੱਜ ਉਹਨਾਂ ਦੇ ਬਾਰੇ ਆਤਮਿਕ ਤੌਰ ਤੇ ਗੱਲਬਾਤ ਕਰ ਰਹੇ ਹਾਂ, ਫਿਰ ਵੀ ਉਸ ਨੇ ਕੁਝ ਸੱਚੇ ਬਿਆਨ ਉਸ ਦੇ ਮਨੁੱਖੀ ਸੁਭਾਅ ਉੱਤੇ ਆਧਾਰਿਤ ਉਸ ਦੇ ਬਿਆਨ ਅਨੁਸਾਰ ਕੁਝ ਸੱਚੇ ਬਿਆਨਾਂ ਨੂੰ ਲਿਖਿਆ। ਉਸ ਦੀਆਂ ਬਿਆਨਾਂ ਵਿੱਚੋਂ ਇੱਕ ਪੁਸਤਕ ਵਿੱਚ ਹੈ ਜਿਸ ਦਾ ਨਾਮ ਹੈ ਪ੍ਰਿੰਸੀਪਲ ਆਫ ਸਾਈਕੋਲੋਜੀ। ਇਹ ਬਿਆਨ ਇਸ ਨੂੰ ਕਿੰਨਾ ਜਲਦੀ ਸਮਝ ਲੈਂਦੇ ਹਨ ਕਿ ਕੋਈ ਵੀ ਉਹ ਚਲਦੀਆਂ ਫਿਰਦੀਆਂ ਆਦਤਾਂ ਦੇ ਬਸ ਵਿੱਚ ਬਣ ਕੇ ਰਹਿ ਜਾਣਗੇ ਅਤੇ ਉਹ ਆਪਣੇ ਆਚਰਣ ਨੂੰ ਫਿਰ ਧਿਆਨ ਦੇਣਗੇ ਜਦੋਂ ਅਗਲੀ ਅਵਸਥਾ ਵਿੱਚ ਹੋਣਗੇ। ਅਸੀਂ ਆਪਣੀਆਂ ਖੁਦ ਦੀਆਂ ਸ਼ਖਸੀਅਤ ਨੂੰ ਲੈਂਦੇ ਹਾਂ, ਅੱਛੀਆਂ ਜਾਂ ਬੁਰੀਆਂ, ਅਤੇ ਇਹ ਕਦੇ ਵੀ ਨਿਹਾਰੀਆਂ ਨਹੀਂ ਜਾਣਗੀਆਂ। ਹਰ ਇੱਕ ਛੋਟੀ ਤੋਂ ਛੋਟੀ ਤਾਕਤ, ਸਦਾਚਾਰ ਅਤੇ ਬੁਰਾਈ ਆਪਣੇ ਹੀ ਹਮੇਸ਼ਾ ਵਾਸਤੇ ਥੋੜ੍ਹਾ ਜਿਹਾ ਜ਼ਖਮ ਦਾ ਨਿਸ਼ਾਨ ਛੱਡ ਜਾਂਦਾ ਹੈ। ਸ਼ਰਾਬੀ ਜੋ ਕੁਝ ਵੀ ਉਸ ਦੇ ਨਸ਼ੇ ਦੀ ਗੁਲਾਮੀ ਵਿੱਚ ਆਪਣੇ ਆਪ ਨੂੰ ਹਾਰ ਮਹਿਸੂਸ ਕਰਦਾ ਹੈ ਹਰੇਕ ਨਵੀਂ ਅਤੇ ਤਾਜ਼ੀ ਲਾਪਰਵਾਹੀ ਲਈ, ਜਦੋਂ ਉਹ ਆਖਦਾ ਹੈ ਇਸ ਨੂੰ ਮੈਂ ਇਸ ਵਾਰ ਨਹੀਂ ਗਿਣਾਵਾਂਗਾ। ਜੀ ਹਾਂ, ਹੋ ਸਕਦਾ ਹੈ ਉਹ ਇਸ ਨੂੰ ਨਾ ਗਿਣੇ,
ਪਰ ਇਸ ਨੂੰ ਤਿਆਗਣ ਹੀ ਜਾ ਰਿਹਾ ਹੈ। ਉਸ ਦੀਆਂ ਨਾੜਾਂ ਦੇ ਮੈਲ ਅਤੇ ਆਉਣੂਆਂ ਦੇ ਹੇਠਾਂ ਇਸ ਨੂੰ ਗਿਣਿਆ ਜਾ ਰਿਹਾ ਹੈ। ਉਸ ਨੂੰ ਦਰਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਯਾਦ ਰੱਖਿਆ ਜਾ ਰਿਹਾ ਹੈ ਕਿ ਜਦੋਂ ਵੀ ਅਗਲਾ ਪ੍ਰਤਿਆਵਾ ਆਵੇ ਤਦ ਉਸ ਦੇ ਵਿਰੁੱਧ ਇਸ ਦਾ ਇਸਤੇਮਾਲ ਕੀਤਾ ਜਾਵੇ। ਅਸੀਂ ਹਮੇਸ਼ਾ ਹੀ ਜੋ ਕੁਝ ਵੀ ਕਰਦੇ ਹਾਂ ਉਹ ਇੱਕ ਕਠੋਰ ਵਿਗਿਆਨਿਕ ਸੱਚ ਹੁੰਦਾ ਹੈ। ਸੱਚਮੁੱਚ ਨਿਸ਼ਚਿਤ ਤੌਰ ਤੇ ਇਸ ਦਾ ਇੱਕ ਭਲਾ ਪੱਖ ਅਤੇ ਇਸ ਦਾ ਇੱਕ ਬੁਰਾ ਪੱਖ ਵੀ ਹੈ। ਹਰੇਕ ਵਾਰ ਜਦੋਂ ਵੀ ਆਪ ਝੂਠ ਬੋਲਦੇ ਹੋ, ਆਪ ਛੋਟੀ ਜਿਹੀ ਇੱਕ ਖਾਈ ਵਿੱਚ ਆਪਣੀ ਮਾਨਸਿਕਤਾ ਵਿੱਚੋਂ ਖੋਦਦੇ ਹੋ ਅਤੇ ਅਗਲੀ ਵਾਰ ਜਦੋਂ ਵੀ ਆਪ ਪ੍ਰਤਿਆਵੇ ਜਾਂਦੇ ਹੋ ਤਦ ਕਿਸੇ ਨੂੰ ਇਸ ਤਰ੍ਹਾਂ ਆਖਣਾ ਆਸਾਨ ਹੁੰਦਾ ਹੈ। ਫਿਰ ਇਹ ਜੋ ਖਾਈ ਹੈ ਥੋੜ੍ਹੀ ਜਿਹੀ ਗਹਿਰੀ ਕੀਤੀ ਜਾਂਦੀ ਹੈ। ਇਸ ਲਈ ਅਗਲੀ ਵਾਰ ਜਦੋਂ ਪ੍ਰਤਾਵਾ ਆਉਂਦਾ ਹੈ ਤਦ ਕੁਝ ਹੋਰ ਆਖਣਾ ਹੋਰ ਵੀ ਆਸਾਨ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਆਪ ਇਸ ਨੂੰ ਜਾਣੋ ਕਿ ਝੂਠ ਬੋਲਣਾ ਹੈ ਇਹ ਇੱਕ ਜੀਵਨ ਸ਼ੈਲੀ ਹੈ। ਮੈਂ ਲੋਕਾਂ ਨੂੰ ਜਾਣਦਾ ਹਾਂ ਅਤੇ ਆਪ ਵੀ ਜਾਣਦੇ ਹੋ ਜੋ ਕਿ ਕਿੰਨਾ ਝੂਠ ਬੋਲਦੇ ਹਨ। ਕੀ ਮਾਮਲਾ ਇਹ ਹੈ, ਉਹ ਇੱਕ ਗੱਲ ਨੂੰ ਜਾਣਦੇ ਹੀ ਨਹੀਂ ਕਿ ਸੱਚਾਈ ਆਪਣੇ ਹੱਥ ਵਿੱਚ ਨਹੀਂ ਹੈ। ਉਹ ਇਹ ਜਿਹੇ ਝੂਠ ਦੇ ਜਗਤ ਵਿੱਚ ਜੀ ਰਹੇ ਹਨ ਕਿ ਉਹ ਬਸ ਆਪਣੇ ਹੀ ਆਪ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਉਹ ਆਪਣੀ ਦਿਆਨਦਾਰੀ ਦੀ ਭਾਵਨਾ ਅਤੇ ਆਪਣੀ ਖੁਦ ਦੀ ਠੀਕ ਹੋਣ ਦੀ ਭਾਵਨਾ ਨੂੰ ਖੋ ਬੈਠਦੇ ਹਨ। ਮੈਂ ਪ੍ਰਭੂ ਦੇ ਸ਼ਬਦਾਂ ਨੂੰ ਪਸੰਦ ਕਰਦਾ ਹਾਂ। ਇਹ ਕਠੋਰ ਨਹੀਂ ਹਨ, ਇਹ ਗੁੰਝਲਦਾਰ ਨਹੀਂ ਹਨ। ਉਹ ਆਖਦੇ ਹਨ, ਆਓ ਅਸੀਂ ਇੱਕ ਲਕੀਰ ਹਰੇਕ ਦੇ ਲਈ ਖਿੱਚੀਏ ਠੀਕ ਅੱਜ ਹੀ ਇਸ ਸਥਾਨ ਉੱਤੇ ਅਤੇ ਜੋ ਕੁਝ ਵੀ ਸਾਡੀਆਂ ਆਦਤਾਂ ਹਨ, ਆਓ ਅਸੀਂ ਬਸ ਇਹ ਲਕੀਰ ਖਿੱਚੀਏ ਅਤੇ ਹੁਣ ਆਖੀਏ, ਸਾਡੀ ਹਾਂ ਦੀ ਥਾਂ ਹਾਂ ਹੋਵੇ ਅਤੇ ਨਾ ਦੀ ਥਾਂ ਨਾ ਹੋਵੇ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅਸੀਂ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਦੀ ਅੰਜੀਲ ਦੇ 5 ਅਧਿਆਏ ਦੀ 33 ਆਇਤ ਤੋਂ ਲੈ ਕੇ 37 ਆਇਤ ਤੱਕ ਦੇ ਵਚਨਾਂ ਦਾ ਅਧਿਐਨ ਕਰ ਰਹੇ ਸੀ। ਇਸ ਦੇ ਵਿੱਚ ਪ੍ਰਭੂ ਯਿਸੂ ਜੀ ਨੇ ਸਾਨੂੰ ਝੂਠੀ ਸਹੁੰ ਨਾ ਖਾਣ ਬਾਰੇ ਸਿੱਖਿਆ ਦਿੱਤੀ। ਅੱਜ ਅਸੀਂ ਸਿੱਖਿਆ ਕਿ ਪ੍ਰਭੂ ਯਿਸੂ ਜੀ ਸਾਨੂੰ ਕਹਿ ਰਹੇ ਹਨ ਕਿ ਸ਼ਬਦਾਂ ਦੇ ਨਾਲ ਤੋੜ ਮਰੋੜ ਨਾ ਕਰੋ। ਅਸੀਂ ਸਿੱਖਿਆ ਕਿ ਸਾਨੂੰ ਆਪਣੇ ਵਿਆਹ ਦੇ ਵਿੱਚ ਇਮਾਨਦਾਰ ਹੋਣ ਦੀ ਲੋੜ ਹੈ ਅਤੇ ਅਸੀਂ ਇਹ ਵੀ ਜਾਣਿਆ ਕਿ ਸਾਨੂੰ ਆਪਣੇ ਘਰਾਂ ਦੇ ਵਿੱਚ ਵੀ ਇਮਾਨਦਾਰ ਹੋਣ ਦੀ ਲੋੜ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਭਨਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ ਕਿਉਂਕਿ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਹੋ ਗਿਆ। ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ। ਜੇਕਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਤਾਂ ਤੁਸੀਂ ਸਾਨੂੰ ਮਿਸ ਕਾਲ ਕਰ ਸਕਦੇ ਹੋ। ਜੇਕਰ ਤੁਹਾਨੂੰ ਪ੍ਰਾਰਥਨਾ ਦੀ ਜ਼ਰੂਰਤ ਹੈ ਜਾਂ ਫਿਰ ਪ੍ਰੋਗਰਾਮ ਤੋਂ ਸੰਬੰਧਿਤ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਹੁਣੇ ਹੀ ਸੰਪਰਕ ਕਰ ਸਕਦੇ ਹੋ। ਸਾਡੇ ਸੰਪਰਕ ਨੰਬਰ ਤੁਹਾਡੇ ਟੈਲੀਵਿਜ਼ਨ ਦੀ ਸਕਰੀਨ ਦੇ ਉੱਤੇ ਆ ਰਹੇ ਹਨ। ਆਓ ਪ੍ਰਾਰਥਨਾ ਕਰੀਏ। ਸਾਡੇ ਦਿਆਲੂ ਕਿਰਪਾਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ, ਅੱਜ ਦੇ ਵਚਨ ਵਾਸਤੇ ਪ੍ਰਭੂ ਜੀ ਕਿ ਤੁਸੀਂ ਸਾਨੂੰ ਪ੍ਰਭੂ ਅੱਜ ਇਸ ਗੱਲ 'ਤੇ ਪ੍ਰਭੂ ਜੀ ਸਮਝਾਇਆ ਕਿ ਅਸੀਂ ਆਪਣੇ ਕੰਮਾਂ ਵਿੱਚ ਪਿਤਾ ਪਰਮੇਸ਼ਰ ਪੂਰੀ ਤਰ੍ਹਾਂ ਖਰਾਈ ਦਾ ਜੀਵਨ ਬਤੀਤ ਕਰੀਏ। ਸਾਡੀ ਗੱਲ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਏ। ਅਸੀਂ ਝੂਠੀ ਸਹੁੰ ਨਾ ਖਾਈਏ ਬਲਕਿ ਇਮਾਨਦਾਰੀ ਦੇ ਨਾਲ ਆਪਣੇ ਸਾਰੇ ਕੰਮਾਂ ਨੂੰ ਕਰੀਏ ਔਰ ਤੁਹਾਡੀ ਸੱਚਾਈ ਨੂੰ ਪ੍ਰਗਟ ਕਰੀਏ। ਪਿਤਾ ਪਰਮੇਸ਼ਰ, ਅੱਜ ਅਸੀਂ ਤੁਹਾਡੇ ਵਚਨ ਤੋਂ ਸਿੱਖਿਆ ਕਿ ਬਹੁਤ ਸਾਰੇ ਇਹੋ ਜਿਹੇ ਖੇਤਰ ਨੇ ਜਿੱਥੇ ਸਾਨੂੰ ਇਮਾਨਦਾਰੀ ਦੀ ਲੋੜ ਹੈ। ਸਾਨੂੰ ਆਪਣੀ ਕਲੀਸਿਆਂ ਦੇ ਵਿੱਚ ਇਮਾਨਦਾਰੀ ਵਰਤਣ ਦੀ ਲੋੜ ਹੈ। ਸਾਨੂੰ ਆਪਣੇ ਘਰਾਂ ਦੇ ਵਿੱਚ ਇਮਾਨਦਾਰੀ ਵਰਤਣ ਦੀ ਲੋੜ ਹੈ। ਪਿਆਰੇ ਪਿਤਾ ਪਰਮੇਸ਼ਰ, ਤੁਸੀਂ ਸਾਨੂੰ ਸਾਰਿਆਂ ਨੂੰ ਇਮਾਨਦਾਰ ਬਣਨ ਵਾਸਤੇ ਆਪਣਾ ਫਜ਼ਲ ਬਖਸ਼ੋ, ਆਪਣੀ ਕਿਰਪਾ ਬਖਸ਼ੋ। ਸਾਡੀ ਕਮੀਆਂ ਨੂੰ ਦੂਰ ਕਰੋ ਔਰ ਆਪਣੇ ਲਾਇਕ ਬਣਾਓ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।